Hello students, how are you? We were reading first chapter Hassan's attendance problem. Today we will complete the remaining part of the lesson. Let's start. The narrator was kind-hearted. Narrator जो सी बहुत दयालु दिल वाली सी. She did not like his being regular और ਉਹ ਪਸੰਦ ਨਹੀਂ ਕਰਦੀ ਸੀ ਉਸਦੀ irregularity ਨੂੰ. ਉਸਦੀ ਅਨਿਯਮਿਤਤਾ ਨੂੰ ਉਹ ਪਸੰਦ ਨਹੀਂ ਕਰਦੀ ਸੀ. But she did not want to stop him from appearing in the examinations because of a shortage of attendance. ਲੇਕਿਨ ਉਹ ਨਹੀਂ ਚਾਹੁੰਦੀ ਸੀ ਕਿ ਉਸ ਨੂੰ ਸ਼ਾਰਟੇਜ ਆਫ ਅਟੈਂਡੈਂਸ ਉਸ ਨੂੰ ਹਾਜ਼ਰੀ ਦੀ ਕਮੀ ਦੇ ਕਾਰਨ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਮਨਾ ਕਰ ਸਕੇ। ਉਹ ਇਹ ਵੀ ਨਹੀਂ ਕਰਨਾ ਚਾਹੁੰਦੀ ਸੀ। ਐਜ਼ ਹਸਨ ਵਾਜ਼ ਵੈਰੀ ਬ੍ਰਿਲੀਅੰਟ ਕਿਉਂਕਿ ਹਸਨ ਬਹੁਤ ਇੰਟੈਲੀਜੈਂਟ ਸੀ, ਬ੍ਰਿਲੀਅੰਟ ਸੀ। ਹੀ ਯੂਜ਼ ਟੂ ਗੈਟ ਅ ਫਸਟ ਕਲਾਸ ਇਨ ਦ ਐਗਜ਼ਾਮਸ ਔਰ ਉਹ ਐਗਜ਼ਾਮ ਦੇ ਵਿੱਚ ਪ੍ਰੀਖਿਆਵਾਂ ਦੇ ਵਿੱਚ ਫਸਟ ਆਇਆ ਕਰਦਾ ਸੀ। ਬਟ ਇਟ ਵਾਜ਼ ਹੀਜ਼ ਰੈਗੂਲਰ ਪ੍ਰੈਕਟਿਸ ਲੇਕਿਨ ਇਹ ਉਸਦੀ ਰੈਗੂਲਰ ਪ੍ਰੈਕਟਿਸ ਸੀ ਕਿ ਟੂ ਬੈਕ ਦੀ ਨਰੇਟਰ ਕਿ ਉਹ ਨਰੇਟਰ ਦੇ ਕੋਲ ਖਿਮਾ ਯਾਚਨਾ ਕਰੇ। ਕਿਸ ਦੇ ਲਈ? ਅਟੈਂਡੈਂਸ ਪ੍ਰੋਬਲਮ ਦੇ ਲਈ। ਇਹ ਉਸਦੀ ਰੈਗੂਲਰ ਪ੍ਰੈਕਟਿਸ ਸੀ। ਇਹ ਉਸਦੀ ਰੈਗੂਲਰ ਪ੍ਰੈਕਟਿਸ ਬਣ ਗਈ ਸੀ ਕਿ ਉਹ ਬੈਗ ਕਰੇ, ਖਿਮਾ ਯਾਚਨਾ ਕਰੇ। ਕਿਸ ਦੇ ਲਈ? ਅਟੈਂਡੈਂਸ ਪ੍ਰੋਬਲਮ ਦੇ ਲਈ, ਤਾਂ ਕਿ ਉਸਦੀ ਅਟੈਂਡੈਂਸ ਨੂੰ ਪੂਰਾ ਕੀਤਾ ਜਾ ਸਕੇ। ਦ ਨਰੇਟਰ ਵਾਜ਼ ਫੈਡ ਅਪ ਵਿਦ ਹਿਜ਼ ਅਟੈਂਡੈਂਸ ਪ੍ਰੋਬਲਮ। ਜੋ ਨਰੇਟਰ ਸੀ ਉਹ ਤੰਗ ਆ ਗਏ ਉਸਦੀ ਮਤਲਬ ਅਟੈਂਡੈਂਸ ਪ੍ਰੋਬਲਮ ਤੋਂ, ਉਸਦੀ ਹਾਜ਼ਰੀ ਦੀ ਜੋ ਪ੍ਰੋਬਲਮ ਸੀ ਜੋ ਚੱਲ ਰਹੀ ਸੀ ਉਸ ਤੋਂ ਤੰਗ ਆ ਗਈ ਸੀ। ਸ਼ੀ ਕਾਲਡ ਹਿਜ਼ ਪੇਰੈਂਟਸ ਟੂ ਦੀ ਕਾਲਜ। ਫਿਰ ਉਸਨੇ ਕਾਲਜ ਵਿੱਚ ਉਸਦੇ ਮਾਤਾ ਪਿਤਾ ਨੂੰ ਬੁਲਾਇਆ ਔਰ ਉਹਨਾਂ ਨੂੰ ਕਿਹਾ ਟੂ ਮੈਂਟ ਦੇਅਰ ਸਨ ਕਿ ਉਹ ਆਪਣੇ ਲੜਕੇ ਨੂੰ ਸੁਧਾਰੇ। ਦੀ ਐਕਸਪ੍ਰੈਸ ਦੇਅਰ ਹੈਲਪਲੈਸਨੈਸ। ਉਹਨਾਂ ਨੇ ਆਪਣੀ ਬੇਵਸੀ ਨੂੰ ਜ਼ਾਹਿਰ ਕੀਤਾ, ਐਕਸਪ੍ਰੈਸ ਕੀਤਾ ਭਈ ਉਹ ਆਪਣੇ ਲੜਕੇ ਨੂੰ ਸੁਧਾਰ ਨਹੀਂ ਸਕਦੇ। ਹਸਨ's ਮਦਰ ਟੋਲਡ ਦਾ ਨਰੇਟਰ ਦੈਟ ਹਸਨ ਸਪੈਂਟ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ ਐਂਡ ਚੈਟਿੰਗ ਵਿਦ ਹਿਜ਼ ਫਰੈਂਡਸ। ਹਸਨ ਦੀ ਮਦਰ ਨੇ ਨਰੇਟਰ ਨੂੰ ਕਿਹਾ ਕਿ ਜੋ ਹਸਨ ਉਹ ਸਾਰੀ ਜੋ ਰਾਤ ਉਹ ਸਪੈਂਡ ਕਰਦਾ ਹੈ, ਗੁਜ਼ਾਰਦਾ ਸੀ ਮਿਊਜ਼ਿਕ ਸੁਣਨ ਦੇ ਵਿੱਚ ਔਰ ਆਪਣੇ ਦੋਸਤਾਂ ਨਾਲ ਚੈਟ ਕਰਨ ਦੇ ਵਿੱਚ। ਹੀ ਸਲੈਪਟ ਐਟ 6 in the morning ਔਰ ਉਹ ਸਵੇਰੇ 6 ਵਜੇ ਸੌਂਦਾ ਸੀ। ਸੋ ਇਟ ਵਾਜ਼ ਨਾਟ ਪੋਸੀਬਲ ਫੋਰ ਹਿਮ, ਇਸ ਲਈ ਉਸਦੇ ਲਈ ਸੰਭਵ ਨਹੀਂ ਸੀ ਟੂ ਕਮ ਟੂ ਅਰ ਕਲਾਸ ਇਨ ਟਾਈਮ, ਸਮੇਂ ਸਿਰ ਕਲਾਸ ਵਿੱਚ ਆਉਣਾ। ਹਸਨ ਕੰਟੀਨਿਊਡ ਇਨ ਹਿਜ਼ ਵੇਜ਼। ਹਸਨ ਦੇ ਜੋ ਤੌਰ ਤਰੀਕੇ ਸਨ ਉਹ ਜਾਰੀ ਰਹੇ। ਹੀ ਪਾਸਡ ਆਊਟ ਆਫ ਹਿਜ਼ ਕੋਰਸ ਵੀ ਉਸਨੇ ਪਾਸ ਕਰ ਲਿਆ ਪਹਿਲਾਂ ਦੀ ਤਰ੍ਹਾਂ, ਫਸਟ ਰਹਿ ਕੇ ਐਜ਼ ਯੂਜ਼ਲ ਐਜ਼ ਫਸਟ ਕਲਾਸ। ਹੀ ਵਾਜ਼ ਥੈਂਕਫੁਲ ਟੂ ਦ ਨਰੇਟਰ। ਉਹ ਸ਼ੁਕਰਗੁਜ਼ਾਰ ਸੀ ਨਰੇਟਰ ਦਾ। ਹੀ ਟੋਲਡ ਦੀ ਨਰੇਟਰ ਔਰ ਉਸਨੇ ਨਰੇਟਰ ਨੂੰ ਦੱਸਿਆ, ਕਿਹਾ ਕਿ ਹੀ ਵਿਸ਼ਡ। ਉਸਨੇ ਨਰੇਟਰ ਨੂੰ ਕਿਹਾ, ਹਸਨ ਨੇ ਨਰੇਟਰ ਨੂੰ ਕਿਹਾ ਕਿ ਉਹ ਇੱਛਾ ਰੱਖਦਾ ਸੀ ਕਿ ਸਾਰੇ ਟੀਚਰ ਉਸ ਦੀ ਤਰ੍ਹਾਂ ਹੋਣ। ਆਲ ਟੀਚਰਸ ਵਰ ਲਾਈਕ ਹਰ। ਹਸਨ ਪਾਰਟਡ ਫਰੋਮ ਦ ਨਰੇਟਰ। ਹਸਨ ਨਰੇਟਰ ਤੋਂ ਵਿਦਾ ਹੋਇਆ, ਹਸਨ ਨਰੇਟਰ ਤੋਂ ਅਲੱਗ ਹੋ ਗਿਆ। ਦ ਨਰੇਟਰ ਡਿਡ ਨਾਟ ਸੀ ਹਿਮ ਫॉर ਅ ਲੌਂਗ ਟਾਈਮ। ਉਹ ਨਰੇਟਰ ਉਸ ਨੂੰ ਕਾਫੀ ਲੰਬੇ ਸਮੇਂ ਤੱਕ ਨਾ ਮਿਲ ਸਕੀ। ਜੋ ਨਰੇਟਰ ਸੀ ਉਸ ਨੂੰ ਕਾਫੀ ਲੰਬੇ ਸਮੇਂ ਤੱਕ ਨਾ ਮਿਲੀ। ਸੈਵਰਲ ਈਅਰਸ ਹੈਡ ਪਾਸਡ ਆਫਟਰ ਹਸਨ ਲੈਫਟ ਹਿਜ਼ ਕਾਲਜ। ਔਰ ਜਦੋਂ ਹਸਨ ਨੇ ਕਾਲਜ ਛੱਡਿਆ ਤਾਂ ਬਹੁਤ ਸਾਰੇ ਸਾਲ ਬੀਤ ਗਏ ਸਨ। ਉਸ ਤੋਂ ਬਾਅਦ ਬਹੁਤ ਸਾਰੇ ਸਾਲ ਪਾਸ ਹੋ ਗਏ, ਗੁਜ਼ਰ ਗਏ। ਵਨ ਮੰਡੇ ਅ ਮੈਨ ਕੇਮ ਟੂ ਸੀ ਦ ਨਰੇਟਰ। ਸੋਮਵਾਰ ਨੂੰ ਇੱਕ ਆਦਮੀ ਨਰੇਟਰ ਨੂੰ ਮਿਲਣ ਦੇ ਲਈ ਆਇਆ। ਇਟ ਵਾਜ਼ ਦ ਆਫਟਰਨੂਨ ਟਾਈਮ। ਸਮਾਂ ਜੋ ਸੀ ਦੁਪਹਿਰ ਦਾ ਸੀ। ਦ ਨਰੇਟਰ ਕੁਡ ਨਾਟ ਰੈਕੋਗਨਾਈਜ਼ ਹਿਮ। ਨਰੇਟਰ ਉਸ ਨੂੰ ਪਹਿਚਾਣ ਨਾ ਸਕੇ, ਰੈਕੋਗਨਾਈਜ਼ ਨਾ ਕਰ ਸਕੀ। ਹੀ ਵਾਜ਼ ਅਬਾਊਟ 35 ਫੈਟ ਵਾਜ਼ ਵਿਦ ਅ ਬਾਲਡ ਹੈਡ। ਔਰ ਉਹ ਲਗਭਗ 35 ਸਾਲ ਦਾ ਸੀ, ਫੈਟ ਸੀ ਔਰ ਸਿਰ 'ਤੇ ਵਾਲ ਨਹੀਂ ਸਨ। ਹੀ ਹੈਡ ਅ CD ਆਫ ਦੀ ਸੋਫਟਵੇਅਰ ਇਨ ਹਿਜ਼ ਹੈਂਡ। ਉਸ ਦੇ ਹੱਥ ਵਿੱਚ ਸੋਫਟਵੇਅਰ ਦੀ ਇੱਕ CD ਸੀ। ਦ ਨਰੇਟਰ ਕੁਡ ਨਾਟ ਰੈਕੋਗਨਾਈਜ਼ ਹਿਮ। ਉਹ ਨਰੇਟਰ ਉਸ ਨੂੰ ਪਹਿਚਾਣ ਨਾ ਸਕੀ। ਹੀ ਸੈਡ, ਉਸਨੇ ਕਿਹਾ ਫਰੋਮ ਅ ਵਿੰਡੋ ਯੂ ਕੈਨ ਸੀ ਦ ਆਊਟਸਾਈਡ ਵਰਲਡ ਬਟ ਫਰੋਮ ਦੀ ਆਊਟਸਾਈਡ ਯੂ ਕੈਨ ਨਾਟ ਸੀ ਆਲ ਦੈਟ ਇਜ਼ ਇਨਸਾਈਡ। ਤਾਂ ਹਸਨ ਨੇ ਨਰੇਟਰ ਨੂੰ ਕੀ ਕਿਹਾ ਕਿ ਇੱਕ ਖਿੜਕੀ ਤੋਂ ਤੁਸੀਂ ਬਾਹਰੀ ਦੁਨੀਆ ਵੇਖ ਸਕਦੇ ਹੋ ਲੇਕਿਨ ਬਾਹਰ ਤੋਂ ਤੁਸੀਂ ਖਿੜਕੀ ਦੇ ਅੰਦਰ ਨਹੀਂ ਦੇਖ ਸਕਦੇ। ਤਾਂ ਦੀ ਨਰੇਟਰ ਆਫਨ ਯੂਜ਼ ਦਿਸ ਫਰੇਜ਼ ਇਨ ਹਰ ਕਲਾਸ। ਜੋ ਨਰੇਟਰ ਸੀ ਉਹ ਅਕਸਰ ਆਪਣੀ ਕਲਾਸ ਦੇ ਵਿੱਚ ਇਸ ਫਰੇਜ਼ ਨੂੰ ਯੂਜ਼ ਕਰਿਆ ਕਰਦੀ ਸੀ। ਸੋ ਸ਼ੀ ਵਾਜ਼ ਸ਼ੋਰ ਦੈਟ ਹੀ ਵਾਜ਼ ਵਨ ਆਫ ਹਰ ਸਟੂਡੈਂਟਸ। ਇਸ ਲਈ ਉਸ ਨੂੰ ਵਿਸ਼ਵਾਸ ਸੀ, ਯਕੀਨ ਹੋ ਗਿਆ
ਕਿ ਉਸ ਦਾ ਸਟੂਡੈਂਟ ਸੀ। ਹਸਨ ਸਪੋਕ ਆਊਟ ਦੈਟ ਹੀ ਵਾਜ਼ ਦੀ ਪਰਪੈਚੁਅਲ ਲੇਟ ਕਮਰ ਆਫ ਹਰ ਕਲਾਸ। ਔਰ ਹਸਨ ਨੇ ਦੱਸਿਆ, ਗੱਲ ਕੀਤੀ ਕਿ ਉਹ ਉਸ ਦੀ ਕਲਾਸ ਵਿੱਚ ਲੇਟ ਆਉਣ ਵਾਲਾ ਸੀ, ਸਦਾ ਲੇਟ ਆਉਂਦਾ ਸੀ। ਪਰਪੈਚੁਅਲ ਮਾਨੇ ਆਲਵੇਜ਼, ਹਮੇਸ਼ਾ ਲੇਟ ਕਮਰ ਸੀ, ਲੇਟ ਆਉਂਦਾ ਸੀ। ਸ਼ੀ ਐਟ ਵਨਸ ਅੰਡਰਸਟੂਡ, ਉਹ ਤੁਰੰਤ ਸਮਝ ਗਈ ਕਿ ਹੀ ਵਾਜ਼ ਹਸਨ, ਕਿ ਉਹ ਹਸਨ ਸੀ। ਸ਼ੀ ਨਿਊ ਦੈਟ ਆਲ ਹਿਸ ਕਲਾਸਮੇਟਸ ਹੈਡ ਰਾਈਜ਼ਨ ਇਨ ਲਾਈਫ, ਔਰ ਉਹ ਜਾਣਦੀ ਸੀ ਕਿ ਉਸਦੇ ਸਾਰੇ ਜਿਹੜੇ ਸਹਿਪਾਠੀ ਸਨ ਉਹ ਜੀਵਨ ਵਿੱਚ ਤਰੱਕੀ ਕਰ ਗਏ ਸਨ। ਉਹਨਾਂ ਨੇ ਜੀਵਨ ਵਿੱਚ ਤਰੱਕੀ ਕਰ ਲਈ ਸੀ, ਰਾਈਜ਼ ਹੋ ਗਏ ਸਨ। ਦੇ ਹੈਡ ਬਿਕਮ ਰਿਚ, ਔਰ ਉਹ ਅਮੀਰ ਬਣ ਗਏ ਸਨ। ਸ਼ੀ ਥੋਟ ਦੈਟ ਹਸਨ ਟੂ ਮਾਈਟ ਹੈਵ ਡਨ ਵੈਲ ਇਨ ਲਾਈਫ, ਔਰ ਉਸਨੇ ਸੋਚਿਆ ਕਿ ਹਸਨ ਨੇ ਵੀ ਆਪਣੇ ਜੀਵਨ ਵਿੱਚ ਕੁਝ ਚੰਗਾ ਕਰ ਲਿਆ ਹੋਵੇਗਾ। ਬਟ ਹੀ ਵਾਜ਼ ਡੂਇੰਗ ਅ ਸਮਾਲ ਜੋਬ, ਲੇਕਿਨ ਉਹ ਕੀ ਕਰ ਰਿਹਾ ਸੀ? ਇੱਕ ਛੋਟੀ ਜੋਬ ਕਰ ਰਿਹਾ ਸੀ। ਕਿਹੜੀ ਜੋਬ? ਸੈਲਿੰਗ ਹਾਈ ਸਕੂਲ ਸੋਫਟਵੇਅਰ ਫਰੋਮ ਡੋਰ ਟੂ ਡੋਰ, ਘਰ ਘਰ ਜਾ ਕੇ ਸਕੂਲ ਸੋਫਟਵੇਅਰ ਵੇਚਣ ਦੀ ਇੱਕ ਛੋਟੀ ਜਿਹੀ ਜੋਬ ਕਰ ਰਿਹਾ ਸੀ। ਹਸਨ ਐਡਮਿਟਡ ਟੂ ਦ ਨਰੇਟਰ, ਔਰ ਹਸਨ ਨੇ ਨਰੇਟਰ ਦੇ ਕੋਲ ਮੰਨਿਆ, ਐਡਮਿਟ ਕੀਤਾ ਕਿ ਹੀ ਵਾਜ਼ ਵੈਰੀ ਇਰੈਗੂਲਰ ਇਨ ਕਾਲਜ, ਕਿ ਉਹ ਕਾਲਜ ਦੇ ਵਿੱਚ ਬਹੁਤ ਜ਼ਿਆਦਾ ਇਰੈਗੂਲਰ ਸੀ, ਉਹ ਸਮੇਂ ਸਿਰ ਨਹੀਂ ਆਉਂਦਾ ਸੀ। ਦੀ ਸੇਮ ਹੈਬਿਟ ਕੰਟੀਨਿਊਡ, ਔਰ ਇਹ ਜੋ ਹੈਬਿਟ ਸੀ ਉਹ ਜਾਰੀ ਰਹੀ। ਕਿਸ ਤੋਂ ਬਾਅਦ? ਗ੍ਰੈਜੂਏਸ਼ਨ ਕੰਪਲੀਟ ਹੋਣ ਤੋਂ ਬਾਅਦ, ਆਫਟਰ ਗ੍ਰੈਜੂਏਸ਼ਨ। ਹੀ ਯੂਜ਼ ਟੂ ਗੈਟ ਅਪ ਵੈਰੀ ਲੇਟ, ਉਹ ਲੇਟ ਉੱਠਿਆ ਕਰਦਾ। ਐਂਡ ਵਾਜ਼ ਵੈਰੀ ਲੇਜ਼ੀ, ਔਰ ਉਹ ਬਹੁਤ ਸੁਸਤ ਸੀ। ਹਿਜ਼ ਮਦਰ ਯੂਜ਼ ਟੂ ਗੈਟ ਐਂਗਰੀ, ਔਰ ਉਸਦੀ ਮਾਂ ਗੁੱਸਾ ਕਰਿਆ ਕਰਦੀ। ਬਟ ਹੀ ਨੇਵਰ ਬੋਦਰਡ ਅਬਾਊਟ ਹਰ, ਲੇਕਿਨ ਉਸਨੇ ਉਸਦੀ ਕਦੀ ਪਰਵਾਹ ਨਹੀਂ ਕੀਤੀ, ਚਿੰਤਾ ਨਹੀਂ ਕੀਤੀ। ਹੀ ਟੁੱਕ ਅਪ ਅ ਜੋਬ, ਫਿਰ ਉਸਨੂੰ ਇੱਕ ਜੋਬ ਮਿਲ ਗਈ, ਲੇਕਿਨ ਕੰਟੀਨਿਊਡ ਵਿਦ ਦੀ ਸੇਮ ਹੈਬਿਟਸ, ਔਰ ਉਹੀ ਹੈਬਿਟ ਉਹਦੀ ਜਾਰੀ ਰਹੀ। ਕਿਹੜੀ ਹੈਬਿਟ? ਲੇਟ ਟੂ ਆਫਿਸ, ਲੇਟ ਜਾਣ ਦੀ, ਔਰ ਨਾਟ ਬੀਇੰਗ ਰਿਸਪੋਂਸੀਬਲ, ਔਰ ਉਹ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਸੀ, ਰਿਸਪੋਂਸੀਬਲ ਨਹੀਂ ਸਮਝਦਾ ਸੀ। ਐਟ ਕਾਲਜ ਆਲਸੋ ਹੀ ਵਾਜ਼ ਕੇਅਰਲੈਸ, ਕਾਲਜ ਵਿੱਚ ਵੀ ਉਹ ਬੇਪਰਵਾਹ ਸੀ, ਲਾਪਰਵਾਹ ਸੀ। ਹੀ ਪ੍ਰੀਪੇਅਰਡ ਸਮ ਇੰਪੋਰਟੈਂਟ ਕੁਐਸਚਨ, ਉਹ ਕੁਝ ਜ਼ਰੂਰੀ ਕੁਐਸਚਨ ਤਿਆਰ ਕਰਦਾ ਔਰ ਫਸਟ ਆਉਂਦਾ, ਐਂਡ ਗੋਟ ਆ ਫਸਟ ਕਲਾਸ। ਹੀ ਆਫਨ ਲਾਫਡ ਐਟ ਦੋਜ਼ ਪੀਪਲ, ਉਹ ਉਹਨਾਂ ਲੋਕਾਂ ਦਾ ਮਜ਼ਾਕ ਉਡਾਉਂਦਾ ਸੀ ਜੋ ਹੂ ਵਰਕਡ ਹਾਰਡ, ਜੋ ਬਹੁਤ ਜ਼ਿਆਦਾ ਪੜ੍ਹਦੇ ਸਨ, ਜੋ ਬਹੁਤ ਜ਼ਿਆਦਾ ਮਿਹਨਤ ਕਰਦੇ ਸਨ। ਟੂਡੇ ਦੋਜ਼ ਹਾਰਡ ਵਰਕਿੰਗ ਕਲਾਸ ਫੈਲੋਜ਼ ਹੈਡ ਬਿਕਮ ਰਿਚਰ, ਅੱਜ ਦੋਜ਼ ਹਾਰਡ ਵਰਕਿੰਗ ਕਲਾਸ, ਜੋ ਸਖਤ ਮਿਹਨਤ ਕਰਦੇ ਸਨ, ਜੋ ਉਸਦੇ ਸਹਿਪਾਠੀ ਸਨ, ਉਹ ਅਮੀਰ ਬਣ ਚੁੱਕੇ ਸਨ। ਹੀ ਲੋਸਟ ਵਟ ਐਵਰ ਜੋਬ ਹੀ ਟੁੱਕ, ਔਰ ਉਸਨੇ ਉਹ ਵੀ ਜੋਬ ਗਵਾ ਦਿੱਤੀ ਜੋ ਉਸਨੂੰ ਮਿਲੀ ਸੀ। ਨੋ ਇੰਪਲੋਇਰ ਵਾਜ਼ ਵਿਲਿੰਗ ਟੂ ਕੀਪ ਹਿਮ, ਕੋਈ ਵੀ ਇੰਪਲੋਇਰ ਉਸ ਨੂੰ ਰੱਖਣ ਦੀ ਇੱਛਾ ਨਹੀਂ ਰੱਖਦਾ ਸੀ, ਉਸ ਨੂੰ ਜੋਬ 'ਤੇ ਰੱਖਣ ਦੀ ਇੱਛਾ ਨਹੀਂ ਰੱਖਦਾ ਸੀ। ਹੀ ਲੋਸਟ ਵਨ ਜੋਬ ਆਫਟਰ ਦੀ ਅਦਰ, ਔਰ ਉਹ ਇੱਕ ਤੋਂ ਬਾਅਦ ਇੱਕ ਜੋਬ ਉਸ ਦੇ ਹੱਥੋਂ ਨਿਕਲਦੀ ਗਈ। ਦੀ ਨਰੇਟਰ ਟੋਲਡ ਹਸਨ ਨਾਟ ਟੂ ਫੀਲ ਡਿਸਅਪੋਇੰਟਡ, ਉਹ ਨਰੇਟਰ ਨੇ ਹਸਨ ਨੂੰ ਕਿਹਾ ਕਿ ਉਹ ਨਿਰਾਸ਼ ਨਾ ਹੋਵੇ। ਸ਼ੀ ਟੋਲਡ ਹਿਮ, ਔਰ ਉਸਨੇ ਉਸ ਨੂੰ ਦੱਸਿਆ ਕਿ ਵਨ ਮੇ ਲੂਜ਼ ਦਾ ਬੈਟਲ, ਕਿ ਕੋਈ ਵੀ ਆਦਮੀ ਲੜਾਈ ਬੇਸ਼ੱਕ ਹਾਰ ਸਕਦਾ ਹੈ, ਬਟ ਵਨ ਕੁਡ ਆਲਵੇਜ਼ ਵਿਨ ਦੀ ਵਾਰ, ਲੇਕਿਨ ਯੁੱਧ ਦੇ ਵਿੱਚ ਜਿੱਤ ਉਸ ਦੀ ਜ਼ਰੂਰ ਹੁੰਦੀ ਹੈ। ਵੀ ਆਦਮੀ ਲੜਾਈ ਹਾਰ ਸਕਦਾ ਹੈ, ਲੇਕਿਨ ਵਾਰ ਦੇ ਵਿੱਚ ਜਿੱਤ ਉਸ ਦੀ ਜ਼ਰੂਰ ਹੁੰਦੀ ਹੈ। ਹਸਨ ਦੈਨ ਟੋਲਡ ਦੀ ਨਰੇਟਰ, ਔਰ ਹਸਨ ਨੇ ਨਰੇਟਰ ਨੂੰ ਦੱਸਿਆ ਕਿ ਓਲਡ ਹੈਬਿਟਸ ਡਾਈਡ ਹਾਰਡ। ਹਸਨ ਨੇ ਉਸ ਨਰੇਟਰ ਨੂੰ ਕੀ ਕਿਹਾ ਕਿ ਜੋ ਪੁਰਾਣੀਆਂ ਆਦਤਾਂ ਨੇ ਉਹ ਆਦਮੀ ਨੂੰ ਕਦੇ ਨਹੀਂ ਛੱਡਦੀਆਂ, ਉਹ ਖਤਮ ਨਹੀਂ ਹੁੰਦੀਆਂ। ਸ਼ੀ ਟੋਲਡ ਹਸਨ ਦੈਟ ਓਲਡ ਹੈਬਿਟਸ ਕੁਡ ਬੀ ਚੇਂਜਡ, ਲੇਕਿਨ ਨਰੇਟਰ ਨੇ ਹਸਨ ਨੂੰ ਕਿਹਾ ਕਿ ਪੁਰਾਣੀਆਂ ਆਦਤਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ। ਦੇਰ ਇਜ਼ ਨਥਿੰਗ, ਕੋਈ ਐਸਾ ਨਹੀਂ, ਕੋਈ ਐਸੀ ਗੱਲ ਨਹੀਂ ਜੋ ਇੰਪੋਸੀਬਲ ਹੋਵੇ, ਜੋ ਅਸੰਭਵ ਹੋਵੇ। ਸ਼ੀ ਫਰਦਰ ਸੈਡ, ਉਸਨੇ ਅੱਗੇ ਇਹ ਵੀ ਕਿਹਾ ਕਿ ਜੋ ਐਕਸੀਲੈਂਸ ਹੈ ਉਹ ਡਜ਼ ਨਾਟ ਕਮ ਬਾਈ ਚਾਂਸ, ਉਹ ਕਿਸਮਤ ਨਾਲ ਨਹੀਂ ਮਿਲਦੀ, ਉਹ ਕਿਸ ਨਾਲ ਮਿਲਦੀ ਹੈ? ਅਭਿਆਸ ਕਰਨ ਦੇ ਨਾਲ, ਬਟ ਬਾਈ ਪ੍ਰੈਕਟਿਸ। ਦੀ ਵਰਡਸ ਆਫ ਦੀ ਨਰੇਟਰ ਇਨਕਰਸਡ ਹਸਨ, ਔਰ ਨਰੇਟਰ ਦੇ ਸ਼ਬਦਾਂ ਨੇ ਹਸਨ ਨੂੰ ਉਤਸ਼ਾਹਿਤ ਕੀਤਾ, ਔਰ ਉਸਨੇ ਪ੍ਰੋਮਿਸਡ ਕੀਤਾ, ਵਾਅਦਾ ਕੀਤਾ ਕਿ ਹੀ ਵੁੱਡ ਟਰਾਈ ਟੂ ਡੂ ਹਿਜ਼ ਬੈਸਟ ਟੂ ਇੰਪਰੂਵ ਇਨ ਲਾਈਫ, ਕਿ ਉਹ ਜੀਵਨ ਵਿੱਚ ਇੰਪਰੂਵ ਕਰਨ ਦੀ, ਤਰੱਕੀ ਕਰਨ ਦੀ, ਸੁਧਰਨ ਦੀ ਜਾਂ ਤਰੱਕੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਹੀ ਟੁੱਕ ਲੀਵ ਆਫ ਦੀ ਨਰੇਟਰ, ਫਿਰ ਹਸਨ ਨੇ ਨਰੇਟਰ ਤੋਂ ਵਿਦਾ ਲਈ, ਫਿਰ ਉਹ ਚਲਾ ਗਿਆ। ਸ਼ੀ ਡਿਡ ਨਾਟ ਮੀਟ ਹਿਮ ਆਫਟਰ ਦਿਸ ਮੀਟਿੰਗ, ਫਿਰ ਉਹ ਇਸ ਮੁਲਾਕਾਤ ਤੋਂ ਬਾਅਦ ਜੋ ਸੁਧਾ ਮੂਰਤੀ ਸੀ ਉਹ ਹਸਨ ਨੂੰ ਨਹੀਂ ਮਿਲੀ।
ਸ਼ੀ ਹੋਪ ਟੂ ਸੀ ਹਿਮ ਵਨ ਡੇ, ਔਰ ਉਸ ਨੂੰ ਆਸ ਸੀ ਕਿ ਉਸ ਨੂੰ ਇੱਕ ਦਿਨ ਮਿਲੇਗੀ, ਔਰ ਜਦੋਂ ਉਹ ਮਿਲੇਗੀ ਉਸ ਵਾਰ ਸ਼ੀ ਵੁੱਡ ਫਾਈਂਡ ਹਿਮ ਹੈਪੀ ਐਂਡ ਸਕਸੈਸਫੁਲ, ਤਾਂ ਉਹ ਖੁਸ਼ ਹੋਵੇਗਾ ਔਰ ਜ਼ਿੰਦਗੀ ਦੇ ਵਿੱਚ ਸਫਲ ਹੋਵੇਗਾ। ਥੈਂਕਸ।